ਹੈਲੋ ਸਟੂਡੈਂਟਸ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਪਾਵਰਪੁਆਇੰਟ ਵਿੱਚ ਨਵੀਂ ਪ੍ਰੈਜੈਂਟੇਸ਼ਨ ਕਿਸ ਤਰ੍ਹਾਂ ਬਣਾਉਣੀ ਹੈ। ਪ੍ਰੈਜੈਂਟੇਸ਼ਨ ਦੇ ਨਾਲ ਇਸ ਵਿੱਚ ਸਲਾਈਡਸ ਨੂੰ ਕਿਸ ਤਰ੍ਹਾਂ ਦਾਖਲ ਕਰਨਾ ਹੈ, ਟ੍ਰਾਂਜੀਸ਼ਨ ਕਿਸ ਤਰ੍ਹਾਂ ਲਗਾਉਣੀਆਂ ਹਨ, ਐਨੀਮੇਸ਼ਨਸ ਕਿਸ ਤਰ੍ਹਾਂ ਲਗਾਉਣੀਆਂ ਹਨ ਔਰ ਆਖਿਰ ਵਿੱਚ ਆਪਣੀ ਪ੍ਰੈਜੈਂਟੇਸ਼ਨ ਜਾਂ ਆਪਣੇ ਸਲਾਈਡ ਸ਼ੋਅ ਨੂੰ ਸੇਵ ਕਿਸ ਤਰ੍ਹਾਂ ਕਰਨਾ ਹੈ। ਸਟੂਡੈਂਟਸ, ਜੇਕਰ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਸੋ ਸਟੂਡੈਂਟਸ, ਸਭ ਤੋਂ ਪਹਿਲਾਂ ਅਸੀਂ ਪਾਵਰਪੁਆਇੰਟ ਖੋਲਾਂਗੇ। ਪਾਵਰਪੁਆਇੰਟ ਖੋਲ੍ਹਣ ਦੇ ਲਈ ਅਸੀਂ ਸਟਾਰਟ ਬਟਨ ਤੇ ਕਲਿੱਕ ਕਰਕੇ ਮਾਈਕਰੋਸਾਫਟ ਆਫਿਸ ਫੋਲਡਰ ਵਿੱਚੋਂ ਪਾਵਰਪੁਆਇੰਟ ਨੂੰ ਸਿਲੈਕਟ ਕਰਾਂਗੇ। ਜਿਸ ਤਰ੍ਹਾਂ ਹੀ ਪਾਵਰਪੁਆਇੰਟ ਤੇ ਕਲਿੱਕ ਕਰਾਂਗੇ ਤਾਂ ਸਾਡੇ ਕੋਲ ਪਾਵਰਪੁਆਇੰਟ ਦੀ ਬੈਕਸਟੇਜ ਵਿੰਡੋ ਓਪਨ ਹੋ ਜਾਏਗੀ। ਇਸ ਵਿੱਚ ਬਹੁਤ ਸਾਰੇ ਟੈਂਪਲੇਟਸ ਅਵੇਲੇਬਲ ਹਨ। ਇਹਨਾਂ ਵਿੱਚੋਂ ਕੋਈ ਵੀ ਟੈਂਪਲੇਟ ਯੂਜ਼ ਕਰਕੇ ਤੁਸੀਂ ਪਾਵਰਪੁਆਇੰਟ ਦੀ ਸਲਾਈਡ ਬਣਾ ਸਕਦੇ ਹੋ। ਹਰੇਕ ਟੈਂਪਲੇਟ ਦੇ ਵਿੱਚ ਆਪਣੇ ਵੱਖਰੇ ਡਿਜ਼ਾਈਨਸ ਅਵੇਲੇਬਲ ਹਨ। ਜਿਵੇਂ ਅਸੀਂ ਇਸ ਟੈਂਪਲੇਟ ਨੂੰ ਯੂਜ਼ ਕਰਦੇ ਹਾਂ, ਇਸ ਵਿੱਚ ਦੇਖੋ ਕਾਫੀ ਤਰ੍ਹਾਂ ਦੇ ਡਿਜ਼ਾਈਨਸ ਅਵੇਲੇਬਲ ਹਨ। ਇਹਨਾਂ ਡਿਜ਼ਾਈਨਸ ਵਿੱਚੋਂ ਕੋਈ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਅਸੀਂ ਯੂਜ਼ ਕਰਦੇ ਹਾਂ ਇਹ ਗ੍ਰੀਨ ਵਾਲਾ। ਸਿਲੈਕਟ ਕਰਕੇ ਕ੍ਰੀਏਟ ਬਟਨ ਤੇ ਕਲਿੱਕ ਕਰ ਦੇਣਾ ਹੈ। ਹੁਣ ਇਹ ਤੁਹਾਡੇ ਕੋਲ ਪਾਵਰਪੁਆਇੰਟ ਦੀ ਪਹਿਲੀ ਸਲਾਈਡ ਸ਼ੋ ਹੋ ਰਹੀ ਹੈ। ਇਸ ਵਿੱਚ ਤੁਸੀਂ ਕਲਿੱਕ ਟੂ ਐਡ ਟਾਈਟਲ ਤੇ ਕਲਿੱਕ ਕਰਕੇ ਟਾਈਟਲ ਐਡ ਕਰੋਗੇ ਔਰ ਕਲਿੱਕ ਟੂ ਐਡ ਸਬ ਟਾਈਟਲ ਤੇ ਕਲਿੱਕ ਕਰਕੇ ਤੁਸੀਂ ਸਬ ਟਾਈਟਲ ਐਡ ਕਰੋਗੇ। ਅਸੀਂ ਟਾਈਟਲ ਐਡ ਕਰਦੇ ਹਾਂ। ਅਸੀਂ ਪ੍ਰੈਜੈਂਟੇਸ਼ਨ ਬਣਾਵਾਂਗੇ ਬੇਸਿਕਸ ਆਫ ਕੰਪਿਊਟਰਸ ਦੀ, ਤੋ ਟਾਈਟਲ ਹੈ ਬੇਸਿਕਸ ਆਫ ਕੰਪਿਊਟਰ। ਸਬ ਟਾਈਟਲ ਲਿਖਾਂਗੇ। ਹੁਣ ਸਟੂਡੈਂਟਸ, ਅਸੀਂ ਇਸ ਵਿੱਚ ਨਵੀਂ ਸਲਾਈਡ ਦਾਖਲ ਕਰਾਂਗੇ। ਨਵੀਂ ਸਲਾਈਡ ਦਾਖਲ ਕਰਨ ਦੇ ਲਈ ਤੁਸੀਂ ਇਸ ਹੋਮ ਟੈਬ ਵਿੱਚ ਸਲਾਈਡਸ ਗਰੁੱਪ ਵਿੱਚੋਂ ਨਿਊ ਸਲਾਈਡ ਬਟਨ ਤੇ ਕਲਿੱਕ ਕਰਕੇ ਵੀ ਦਾਖਲ ਕਰ ਸਕਦੇ ਹੋ, ਜਾਂ ਇਨਸਰਟ ਟੈਬ ਤੇ ਕਲਿੱਕ ਕਰਕੇ ਸਭ ਤੋਂ ਪਹਿਲਾਂ ਜੋ ਦਿਖਾਈ ਦੇ ਰਿਹਾ ਹੈ ਨਿਊ ਸਲਾਈਡ ਬਟਨ, ਇਸ ਉੱਤੇ ਕਲਿੱਕ ਕਰਕੇ ਵੀ ਤੁਸੀਂ ਨਵੀਂ ਸਲਾਈਡ ਦਾਖਲ ਕਰ ਸਕਦੇ ਹੋ। ਅਸੀਂ ਹੋਮ ਟੈਬ ਦੇ ਨਿਊ ਸਲਾਈਡ ਬਟਨ ਤੇ ਕਲਿੱਕ ਕਰਕੇ ਨਵੀਂ ਸਲਾਈਡ ਦਾਖਲ ਕਰਾਂਗੇ। ਜਦੋਂ ਅਸੀਂ ਇਸ ਬਟਨ ਤੇ ਕਲਿੱਕ ਕਰਦੇ ਹਾਂ ਤਾਂ ਸਾਡੇ ਕੋਲ ਕਾਫੀ ਸਾਰੇ ਡਿਜ਼ਾਈਨਸ, ਜਿਸ ਨੂੰ ਲੇਆਊਟ ਕਹਿੰਦੇ ਹਾਂ, ਲੇਆਊਟ ਅਵੇਲੇਬਲ ਹਨ। ਇਹਨਾਂ ਵਿੱਚੋਂ ਕੋਈ ਵੀ ਲੇਆਊਟ ਤੁਸੀਂ ਸਿਲੈਕਟ ਕਰਕੇ ਨਵੀਂ ਸਲਾਈਡ ਦਾਖਲ ਕਰ ਸਕਦੇ ਹੋ। ਅਸੀਂ ਇਹ ਵਾਲੀ ਲੇਆਊਟ ਸਿਲੈਕਟ ਕਰਦੇ ਹਾਂ। ਦੇਖੋ ਸਲਾਈਡ ਦਾਖਲ ਹੋ ਗਈ ਹੈ। ਹੁਣ ਇਸ ਵਿੱਚ ਅਸੀਂ ਟਾਈਟਲ ਲਿਖਾਂਗੇ ਇੰਟਰੋਡਕਸ਼ਨ। ਇਸ ਵਿੱਚ ਅਸੀਂ ਕੰਪਿਊਟਰ ਬਾਰੇ ਲਿਖਾਂਗੇ, ਕੰਪਿਊਟਰ। ਦੇਖੋ ਅਸੀਂ ਇਸ ਵਿੱਚ ਕੰਪਿਊਟਰ ਦੀ ਇੱਕ ਡੈਫੀਨੇਸ਼ਨ ਲਿਖੀ ਹੈ। ਹੁਣ ਇਸ ਦਾ ਅਸੀਂ ਸਾਈਜ਼ ਚੇਂਜ ਕਰਾਂਗੇ। ਸਾਈਜ਼ ਚੇਂਜ ਕਰਨ ਦੇ ਲਈ ਸਭ ਤੋਂ ਪਹਿਲਾਂ ਇਸ ਟੈਕਸਟ ਨੂੰ ਸਿਲੈਕਟ ਕਰਨਾ ਪਏਗਾ। ਸਿਲੈਕਟ ਕਰਕੇ ਹੋਮ ਟੈਬ ਵਿੱਚ ਫੌਂਟ ਗਰੁੱਪ ਵਿੱਚੋਂ ਤੁਸੀਂ ਸਾਈਜ਼ ਚੇਂਜ ਕਰ ਸਕਦੇ ਹੋ। ਅਸੀਂ ਸਾਈਜ਼ ਚੇਂਜ ਕਰ ਦਿੱਤਾ ਹੈ। ਹੁਣ ਅਸੀਂ ਇਸ ਵਿੱਚ ਇਮੇਜ ਦਾਖਲ ਕਰਾਂਗੇ। ਇਮੇਜ ਦਾਖਲ ਕਰਨ ਦੇ ਲਈ ਜੋ ਸੱਜੇ ਪਾਸੇ ਪਲੇਸ ਹੋਲਡਰ ਵਿੱਚੋਂ ਪਿਕਚਰ ਬਟਨ ਤੇ ਕਲਿੱਕ ਕਰਾਂਗੇ। ਜਿਸ ਤਰ੍ਹਾਂ ਹੀ ਅਸੀਂ ਇਸ ਬਟਨ ਤੇ ਕਲਿੱਕ ਕਰਾਂਗੇ ਤਾਂ ਇਨਸਰਟ ਪਿਕਚਰ ਡਾਇਲੌਗ ਬਾਕਸ ਦਿਖਾਈ ਦੇਵੇਗਾ। ਇਸ ਵਿੱਚੋਂ ਅਸੀਂ ਉਸ ਫੋਲਡਰ ਦੀ ਚੋਣ ਕਰਾਂਗੇ ਜਿਸ ਵਿੱਚ ਸਾਡੀ ਫਾਈਲ ਜਾਂ ਸਾਡੀ ਕੋਈ ਇਮੇਜ ਪਈ ਹੈ। ਉਸ ਵਿੱਚੋਂ ਅਸੀਂ ਆਪਣੀ ਇਮੇਜ ਨੂੰ ਸਿਲੈਕਟ ਕਰਕੇ ਇਨਸਰਟ ਬਟਨ ਤੇ ਕਲਿੱਕ ਕਰ ਦਿਆਂਗੇ। ਦੇਖੋ ਇਸ ਦੇ ਨਾਲ ਸਾਡੀ ਇਮੇਜ ਦਾਖਲ ਹੋ ਜਾਏਗੀ। ਹੁਣ ਇਸ ਇਮੇਜ ਦਾ ਅਸੀਂ ਸਾਈਜ਼ ਬਦਲਣ ਲਈ ਇਸ ਇਮੇਜ ਦੇ ਉੱਤੇ ਅਸੀਂ ਕਲਿੱਕ ਕਰਾਂਗੇ। ਜਿਸ ਤਰ੍ਹਾਂ ਹੀ ਅਸੀਂ ਇਸ ਇਮੇਜ ਦੇ ਉੱਤੇ ਕਲਿੱਕ ਕਰਾਂਗੇ ਤਾਂ ਇਸ ਦੇ ਚਾਰੇ ਪਾਸੇ ਕੰਟਰੋਲ ਪੁਆਇੰਟਸ ਤੁਹਾਨੂੰ ਦਿਖਾਈ ਦੇਣਗੇ। ਇਹਨਾਂ ਕੰਟਰੋਲ ਪੁਆਇੰਟਸ ਦੇ ਉੱਤੇ ਜਿਸ ਤਰ੍ਹਾਂ ਹੀ ਤੁਸੀਂ ਮਾਊਸ ਨੂੰ ਲੈ ਕੇ ਆਓਗੇ ਤਾਂ ਤੁਹਾਡਾ ਪੁਆਇੰਟਰ ਦੋ ਐਰੋ ਵਿੱਚ ਤਬਦੀਲ ਹੋ ਜਾਏਗਾ। ਜੋ ਪੁਆਇੰਟਸ ਤੁਹਾਨੂੰ ਦਿਖਾਈ ਦੇ ਰਹੇ ਹਨ, ਇਹਨਾਂ ਨੂੰ ਮਾਊਸ ਨਾਲ ਡਰੈਗ ਕਰਕੇ ਅਸੀਂ ਇਮੇਜ ਦਾ ਸਾਈਜ਼ ਚੇਂਜ ਕਰ ਸਕਦੇ ਹਾਂ। ਜੇਕਰ ਅਸੀਂ ਇਹਨਾਂ ਸੈਂਟਰ ਵਾਲੇ ਪੁਆਇੰਟਸ ਨਾਲ ਇਮੇਜ ਦਾ ਸਾਈਜ਼ ਚੇਂਜ ਕਰਾਂਗੇ ਤਾਂ ਸਾਡੀ ਇਮੇਜ ਦੀ ਲੰਬਾਈ ਅਤੇ ਚੌੜਾਈ ਵਿੱਚ ਫਰਕ ਆ ਜਾਵੇਗਾ। ਇਸ ਲਈ ਅਸੀਂ ਕੋਰਨਰ ਵਾਲੇ ਪੁਆਇੰਟਸ ਦੇ ਨਾਲ ਹੀ ਸਾਈਜ਼ ਚੇਂਜ ਕਰਾਂਗੇ।
ਹੁਣ ਇਸ ਤੋਂ ਬਾਅਦ ਅਸੀਂ ਆਪਣੀ ਸਲਾਈਡ ਦੀ ਬੈਕਗਰਾਉਂਡ ਚੇਂਜ ਕਰਾਂਗੇ। ਬੈਕਗਰਾਉਂਡ ਚੇਂਜ ਕਰਨ ਦੇ ਲਈ ਅਸੀਂ ਡਿਜ਼ਾਈਨ ਟੈਬ ਤੇ ਕਲਿੱਕ ਕਰਾਂਗੇ ਔਰ ਇਸ ਵਿੱਚ ਕਸਟਮਾਈਜ਼ ਗਰੁੱਪ ਵਿੱਚੋਂ ਫਾਰਮੈਟ ਬੈਕਗਰਾਉਂਡ ਆਪਸ਼ਨ ਨੂੰ ਚੁਣਾਂਗੇ। ਜਿਸ ਤਰ੍ਹਾਂ ਹੀ ਅਸੀਂ ਇਸ ਆਪਸ਼ਨ ਤੇ ਕਲਿੱਕ ਕਰਾਂਗੇ ਤਾਂ ਸਾਡੀ ਵਿੰਡੋ ਦੇ ਸੱਜੇ ਪਾਸੇ ਫਾਰਮੈਟ ਬੈਕਗਰਾਉਂਡ ਪੇਨ ਦਿਖਾਈ ਦੇਵੇਗਾ। ਇਸ ਵਿੱਚ ਸਾਡੀ ਬੈਕਗਰਾਉਂਡ ਨੂੰ ਚੇਂਜ ਕਰਨ ਲਈ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹਨ, ਜਿਵੇਂ ਇਹ ਸੋਲਿਡ ਫਿਲ ਆਪਸ਼ਨ ਹੈ। ਇਸ ਆਪਸ਼ਨ ਨਾਲ ਅਸੀਂ ਆਪਣੀ ਸਲਾਈਡ ਦੀ ਬੈਕਗਰਾਉਂਡ ਦਾ ਕੋਈ ਇੱਕ ਰੰਗ ਭਰ ਸਕਦੇ ਹਾਂ। ਰੰਗਾਂ ਦਾ ਕੰਬੀਨੇਸ਼ਨ ਨਹੀਂ ਭਰ ਸਕਦੇ। ਰੰਗਾਂ ਦਾ ਕੰਬੀਨੇਸ਼ਨ ਭਰਨ ਦੇ ਲਈ ਅਸੀਂ ਇਸ ਗ੍ਰੇਡੀਐਂਟ ਫਿਲ ਆਪਸ਼ਨ ਨੂੰ ਚੁਣਾਂਗੇ। ਜਿਸ ਤਰ੍ਹਾਂ ਹੀ ਅਸੀਂ ਇਸ ਆਪਸ਼ਨ ਤੇ ਕਲਿੱਕ ਕਰਾਂਗੇ ਤਾਂ ਇਸ ਵਿੱਚੋਂ ਪ੍ਰੀਸੈਟ ਗ੍ਰੇਡੀਐਂਟ ਜੋ ਪਹਿਲਾਂ ਤੋਂ ਹੈ ਉਹ ਇਸ ਵਿੱਚ ਆਪਣੇ ਆਪ ਦਿਖਾਈ ਦੇਵੇਗਾ। ਤੁਸੀਂ ਇਸ ਕਲਰ ਨੂੰ ਚੇਂਜ ਕਰ ਸਕਦੇ ਹੋ। ਇਸ ਨੂੰ ਚੇਂਜ ਕਰਨ ਦੇ ਲਈ ਪ੍ਰੀਸੈਟ ਗ੍ਰੇਡੀਐਂਟਸ ਆਪਸ਼ਨ ਤੇ ਕਲਿੱਕ ਕਰਕੇ ਤੁਸੀਂ ਇਸ ਵਿੱਚੋਂ ਆਪਣੀ ਮਰਜ਼ੀ ਦਾ ਕੋਈ ਵੀ ਗ੍ਰੇਡੀਐਂਟ ਚੁਣ ਸਕਦੇ ਹੋ। ਇਸ ਤੋਂ ਬਾਅਦ ਹੈ ਸਾਡੇ ਕੋਲ ਪਿਕਚਰ ਔਰ ਟੈਕਸਚਰ ਫਿਲ ਆਪਸ਼ਨ। ਇਸ ਆਪਸ਼ਨ ਦੀ ਮਦਦ ਨਾਲ ਅਸੀਂ ਆਪਣੀ ਬੈਕਗਰਾਉਂਡ ਵਿੱਚ ਕੋਈ ਤਸਵੀਰ ਜਾਂ ਕੋਈ ਟੈਕਸਚਰ ਲਗਾ ਸਕਦੇ ਹਾਂ। ਉਸ ਤੋਂ ਬਾਅਦ ਹੈ ਸਾਡੇ ਕੋਲ ਪੈਟਰਨ ਫਿਲ ਆਪਸ਼ਨ। ਪੈਟਰਨ ਫਿਲ ਆਪਸ਼ਨ ਦੀ ਮਦਦ ਨਾਲ ਅਸੀਂ ਆਪਣੀ ਬੈਕਗਰਾਉਂਡ ਵਿੱਚ ਕੋਈ ਨਾ ਕੋਈ ਪੈਟਰਨ ਲਗਾ ਸਕਦੇ ਹਾਂ। ਇਸ ਤੋਂ ਬਾਅਦ ਸਟੂਡੈਂਟਸ, ਹੁਣ ਅਸੀਂ ਆਪਣੀ ਪ੍ਰੈਜੈਂਟੇਸ਼ਨ ਵਿੱਚ ਨਵੀਂ ਸਲਾਈਡ ਦਾਖਲ ਕਰਾਂਗੇ। ਉਸ ਦੇ ਲਈ ਅਸੀਂ ਇਨਸਰਟ ਟੈਬ ਤੇ ਕਲਿੱਕ ਕਰਕੇ ਨਿਊ ਸਲਾਈਡ ਬਟਨ ਤੇ ਕਲਿੱਕ ਕਰਾਂਗੇ ਅਤੇ ਆਪਣੀ ਪਸੰਦ ਦੀ ਲੇਆਊਟ ਚੁਣਾਂਗੇ। ਇਸ ਵਿੱਚ ਅਸੀਂ ਹੁਣ ਟਾਈਟਲ ਲਿਖਾਂਗੇ। ਹੁਣ ਅਸੀਂ ਟਾਈਟਲ ਲਿਖਦੇ ਹਾਂ ਪਾਰਟਸ ਆਫ ਕੰਪਿਊਟਰ। ਹੁਣ ਇਸ ਵਿੱਚ ਅਸੀਂ ਕੰਪਿਊਟਰ ਦੀਆਂ ਪਿਕਚਰਸ ਦਾਖਲ ਕਰਾਂਗੇ। ਪਿਕਚਰਸ ਦਾਖਲ ਕਰਨ ਦੇ ਲਈ ਅਸੀਂ ਇਸ ਪਿਕਚਰ ਬਟਨ ਤੇ ਕਲਿੱਕ ਕਰ ਸਕਦੇ ਹਾਂ ਜਾਂ ਇਨਸਰਟ ਟੈਬ ਦੇ ਇਮੇजेस ਗਰੁੱਪ ਵਿੱਚੋਂ ਪਿਕਚਰ ਆਪਸ਼ਨ ਨੂੰ ਸਿਲੈਕਟ ਕਰ ਸਕਦੇ ਹਾਂ। ਇਸ ਵਿੱਚੋਂ ਅਸੀਂ ਮੋਨੀਟਰ ਦੀ ਪਿਕਚਰ ਚੁੱਕਾਂਗੇ। ਇਸ ਤੋਂ ਬਾਅਦ ਅਸੀਂ CPU ਦੀ ਇਮੇਜ ਇਨਸਰਟ ਕਰਾਂਗੇ। CPU ਨੂੰ ਇਨਸਰਟ ਕਰਨ ਤੋਂ ਬਾਅਦ ਅਸੀਂ ਇਸੇ ਤਰ੍ਹਾਂ ਹੀ ਕੀਬੋਰਡ ਅਤੇ ਮਾਊਸ ਦੀਆਂ ਪਿਕਚਰਸ ਦਾਖਲ ਕਰਾਂਗੇ। ਹੁਣ ਅਸੀਂ ਇਹਨਾਂ ਪਾਰਟਸ ਦੇ ਨਾਮ ਲਿਖਾਂਗੇ। ਨਾਮ ਲਿਖਣ ਦੇ ਲਈ ਅਸੀਂ ਇਨਸਰਟ ਟੈਬ ਤੇ ਕਲਿੱਕ ਕਰਕੇ ਟੈਕਸਟ ਗਰੁੱਪ ਵਿੱਚੋਂ ਟੈਕਸਟ ਬਾਕਸ ਨੂੰ ਸਿਲੈਕਟ ਕਰ ਸਕਦੇ ਹਾਂ ਜਾਂ ਹੋਮ ਟੈਬ ਤੇ ਕਲਿੱਕ ਕਰਕੇ ਡਰਾਇੰਗ ਗਰੁੱਪ ਵਿੱਚੋਂ ਸਭ ਤੋਂ ਉੱਪਰ ਖੱਬੇ ਹੱਥ ਟੈਕਸਟ ਬਾਕਸ ਛੋਟਾ ਜਿਹਾ ਬਣਿਆ ਹੈ, ਇਸ ਨੂੰ ਕਲਿੱਕ ਕਰ ਸਕਦੇ ਹਾਂ। ਇਸ ਨੂੰ ਕਲਿੱਕ ਕਰਕੇ ਅਸੀਂ ਮੋਨੀਟਰ ਦਾ ਨਾਮ ਲਿਖਾਂਗੇ। ਹੁਣ ਅਸੀਂ ਇਸ ਦਾ ਸਾਈਜ਼ ਚੇਂਜ ਕਰਾਂਗੇ। ਸਾਈਜ਼ ਚੇਂਜ ਕਰਨ ਦੇ ਲਈ ਅਸੀਂ ਹੋਮ ਟੈਬ ਦੇ ਫੌਂਟ ਗਰੁੱਪ ਵਿੱਚੋਂ ਸਾਈਜ਼ ਨੂੰ ਚੁਣ ਸਕਦੇ ਹਾਂ। ਦੇਖੋ, ਹੁਣ ਕੰਟਰੋਲ ਪੁਆਇੰਟਸ ਦੇ ਨਾਲ ਟੈਕਸਟ ਬਾਕਸ ਨੂੰ ਖੋਲ੍ਹ ਲਾਂਗੇ। ਇਸੇ ਤਰ੍ਹਾਂ ਹੀ ਟੈਕਸਟ ਬਾਕਸ ਸਿਲੈਕਟ ਕਰਕੇ ਅਸੀਂ ਮਾਊਸ ਦਾ ਨਾਮ ਲਿਖਾਂਗੇ, ਮਾਊਸ ਦਾ ਫੌਂਟ ਅਤੇ ਸਾਈਜ਼ ਚੇਂਜ ਕਰਾਂਗੇ ਔਰ ਇਹੀ ਕੰਮ ਅਸੀਂ ਕੀਬੋਰਡ ਅਤੇ CPU ਲਈ ਵੀ ਕਰਾਂਗੇ। ਹੁਣ ਅਸੀਂ ਆਪਣੇ ਟਾਈਟਲ ਨੂੰ ਸੈਂਟਰ ਵਿੱਚ ਲਿਆਉਂਦੇ ਹਾਂ। ਇਸ ਤੋਂ ਬਾਅਦ ਅਸੀਂ ਟੈਕਸਟ ਦੀ ਫਾਰਮੈਟਿੰਗ ਕਰਾਂਗੇ। ਫਾਰਮੈਟਿੰਗ ਦੇ ਲਈ ਅਸੀਂ ਮੋਨੀਟਰ ਤੋਂ ਸ਼ੁਰੂ ਕਰਦੇ ਹਾਂ। ਮੋਨੀਟਰ ਨੂੰ ਸਿਲੈਕਟ ਕਰਕੇ ਅਸੀਂ ਇਸ ਦੀ ਆਊਟਲਾਈਨ ਦਾ ਕਲਰ ਚੇਂਜ ਕਰਦੇ ਹਾਂ। ਇਸ ਤੋਂ ਬਾਅਦ ਇਸ ਵਿੱਚ ਅਸੀਂ ਟੈਕਸਟ ਇਫੈਕਟ ਲਗਾਵਾਂਗੇ। ਨੈਕਸਟ ਅਸੀਂ ਇਸ ਦਾ ਕਲਰ ਚੇਂਜ ਕਰਦੇ ਹਾਂ। ਤੁਸੀਂ ਆਪਣੀ ਮਰਜ਼ੀ ਅਨੁਸਾਰ ਕੋਈ ਵੀ ਇਫੈਕਟ ਲਗਾ ਸਕਦੇ ਹੋ, ਕੋਈ ਵੀ ਆਊਟਲਾਈਨ ਕਲਰ ਦੇ ਸਕਦੇ ਹੋ ਜਾਂ ਟੈਕਸਟ ਦਾ ਕੋਈ ਵੀ ਕਲਰ ਸੈੱਟ ਕਰ ਸਕਦੇ ਹੋ। ਹੁਣ ਇਹੀ ਕੰਮ ਅਸੀਂ ਮਾਊਸ ਲਈ ਕਰਾਂਗੇ। ਦੇਖੋ, ਹੁਣ ਸਟੂਡੈਂਟਸ ਤੁਹਾਨੂੰ ਬਾਰ-ਬਾਰ ਇਹ ਸਟੈਪਸ ਫੋਲੋ ਨਾ ਕਰਨੇ ਪੈਣ, ਇਸ ਲਈ ਤੁਸੀਂ ਉਸ ਟੈਕਸਟ ਨੂੰ ਸਿਲੈਕਟ ਕਰੋ ਜਿਸ ਦੀ ਫਾਰਮੈਟਿੰਗ ਤੁਸੀਂ ਪਹਿਲਾਂ ਕਰ ਲਈ ਹੈ। ਅਸੀਂ ਮਾਊਸ ਦੀ ਫਾਰਮੈਟਿੰਗ ਕਰ ਲਈ ਹੈ। ਅਸੀਂ ਮਾਊਸ ਨੂੰ ਸਿਲੈਕਟ ਕਰਕੇ ਇਸ ਤੋਂ ਬਾਅਦ ਅਸੀਂ ਇਸ ਹੋਮ ਟੈਬ ਵਿੱਚੋਂ ਫਾਰਮੈਟ ਪੇਂਟਰ ਬਟਨ ਤੇ ਡਬਲ ਕਲਿੱਕ ਕਰਾਂਗੇ। ਡਬਲ ਕਲਿੱਕ ਕਰਕੇ ਅਸੀਂ ਕੀਬੋਰਡ ਅਤੇ CPU ਟੈਕਸਟ ਨੂੰ ਮਾਊਸ ਨਾਲ ਸਿਰਫ ਸਿਲੈਕਟ ਹੀ ਕਰਨਾ ਹੈ ਤਾਂ ਉਹਨਾਂ ਦੇ ਕਲਰ ਅਤੇ ਉਹਨਾਂ ਦੇ ਇਫੈਕਟਸ
ਪਹਿਲਾਂ ਲਿਖੇ ਹੋਏ ਟੈਕਸਟ ਵਾਂਗ ਹੀ ਦਿਖਾਈ ਦੇਣਗੇ। ਦੇਖੋ, ਜੇਕਰ ਅਸੀਂ ਫਾਰਮੈਟ ਪੇਂਟਰ ਬਟਨ ਨੂੰ ਸਿਰਫ ਇੱਕੋ ਵਾਰ ਕਲਿੱਕ ਕਰਦੇ ਹਾਂ ਤਾਂ ਹਰੇਕ ਵੱਖਰੇ ਟੈਕਸਟ ਬਾਕਸ ਦੀ ਫਾਰਮੈਟਿੰਗ ਦੇ ਲਈ ਸਾਨੂੰ ਇਸ ਫਾਰਮੈਟ ਪੇਂਟਰ ਬਟਨ ਨੂੰ ਬਾਰ-ਬਾਰ ਕਲਿੱਕ ਕਰਨਾ ਪਵੇਗਾ। ਹੁਣ ਅਸੀਂ ਆਪਣੇ ਟਾਈਟਲ ਪਾਰਟਸ ਆਫ ਕੰਪਿਊਟਰ ਨੂੰ ਫਾਰਮੈਟ ਕਰਾਂਗੇ। ਸਟੂਡੈਂਟ, ਪ੍ਰੈਜੈਂਟੇਸ਼ਨ ਵਿੱਚ ਤੁਸੀਂ ਜਿਸ ਤਰ੍ਹਾਂ ਹੀ ਕਿਸੇ ਵੀ ਆਬਜੈਕਟ ਨੂੰ, ਚਾਹੇ ਉਹ ਟੈਕਸਟ ਬਾਕਸ ਹੈ, ਚਾਹੇ ਉਹ ਕੋਈ ਤਸਵੀਰ ਹੈ, ਉਸ ਨੂੰ ਸਿਲੈਕਟ ਕਰਦੇ ਹੋ ਤਾਂ ਸਭ ਤੋਂ ਉੱਪਰ ਇੱਕ ਨਵੀਂ ਟੈਬ ਫਾਰਮੈਟ ਟੈਬ ਤੁਹਾਨੂੰ ਦਿਖਾਈ ਦਿੰਦੀ ਹੈ। ਹੁਣ ਅਸੀਂ ਆਪਣੇ ਟਾਈਟਲ ਪਾਰਟਸ ਆਫ ਕੰਪਿਊਟਰ ਨੂੰ ਸਿਲੈਕਟ ਕਰਾਂਗੇ ਅਤੇ ਫਾਰਮੈਟ ਟੈਬ 'ਤੇ ਕਲਿੱਕ ਕਰਾਂਗੇ। ਇਸ ਵਿੱਚੋਂ ਅਸੀਂ ਟੈਕਸਟ ਫਿਲ ਆਪਸ਼ਨ ਮਦਦ ਨਾਲ ਟੈਕਸਟ ਦਾ ਕਲਰ ਚੇਂਜ ਕਰਾਂਗੇ ਅਤੇ ਟੈਕਸਟ ਇਫੈਕਟ ਆਪਸ਼ਨ ਦੇ ਨਾਲ ਅਸੀਂ ਇਸ ਨੂੰ ਇਫੈਕਟਸ ਦੇਵਾਂਗੇ। ਹੁਣ ਅਸੀਂ ਹੋਮ ਟੈਬ 'ਤੇ ਕਲਿੱਕ ਕਰਕੇ ਇਸ ਦਾ ਫੌਂਟ ਚੇਂਜ ਕਰਾਂਗੇ। ਹੁਣ ਕੰਟਰੋਲ ਪੁਆਇੰਟਸ ਦੇ ਨਾਲ ਇਸ ਦਾ ਸਾਈਜ਼ ਇਨਕਰੀਜ਼ ਕਰਦੇ ਹਾਂ। ਹੁਣ ਇਸ ਨੂੰ ਅਸੀਂ ਬੋਲਡ ਕਰਦੇ ਹਾਂ। ਹੁਣ ਸਟੂਡੈਂਟਸ ਅਸੀਂ ਇਸ ਦੀ ਬੈਕਗਰਾਉਂਡ ਚੇਂਜ ਕਰਾਂਗੇ। ਬੈਕਗਰਾਉਂਡ ਚੇਂਜ ਕਰਨ ਦੇ ਲਈ ਅਸੀਂ ਡਿਜ਼ਾਈਨ ਟੈਬ 'ਤੇ ਕਲਿੱਕ ਕਰਕੇ ਫਾਰਮੈਟ ਬੈਕਗਰਾਉਂਡ ਆਪਸ਼ਨ ਨੂੰ ਚੁਣਾਂਗੇ ਅਤੇ ਗ੍ਰੇਡੀਐਂਟ ਫਿਲ ਆਪਸ਼ਨ 'ਤੇ ਕਲਿੱਕ ਕਰਦੇ ਹਾਂ। ਇਸ ਵਿੱਚ ਪਹਿਲਾਂ ਤੋਂ ਨਿਰਧਾਰਿਤ ਗ੍ਰੇਡੀਐਂਟ ਕਲਰ ਤੁਹਾਨੂੰ ਬੈਕਗਰਾਉਂਡ ਕਲਰ ਵਜੋਂ ਦਿਖਾਈ ਦੇਵੇਗਾ। ਇਸ ਨੂੰ ਚੇਂਜ ਕਰਨ ਲਈ ਅਸੀਂ ਇਸ ਗ੍ਰੇਡੀਐਂਟ ਸਟੌਪ ਉੱਤੇ ਕਲਿੱਕ ਕਰਾਂਗੇ ਅਤੇ ਇਸ ਦੇ ਹੇਠਾਂ ਕਲਰ ਆਪਸ਼ਨ ਵਿੱਚੋਂ ਕਲਰ ਦੀ ਚੋਣ ਕਰਕੇ ਇਸ ਦਾ ਕਲਰ ਚੇਂਜ ਕਰਾਂਗੇ। ਦੇਖੋ, ਤੁਸੀਂ ਇਸ ਕਲਰ ਆਪਸ਼ਨ ਵਿੱਚੋਂ ਮੋਰ ਕਲਰਸ 'ਤੇ ਕਲਿੱਕ ਕਰਕੇ ਹੋਰ ਵੀ ਰੰਗਾਂ ਦੀ ਚੋਣ ਕਰ ਸਕਦੇ ਹੋ। ਹੁਣ ਸਟੂਡੈਂਟਸ ਤੁਸੀਂ ਇਹਨਾਂ ਗ੍ਰੇਡੀਐਂਟ ਸਟੌਪਸ ਨੂੰ ਮਾਊਸ ਦੀ ਮਦਦ ਨਾਲ ਅੱਗੇ ਪਿੱਛੇ ਕਰਕੇ ਸਲਾਈਡ ਦੇ ਬੈਕਗਰਾਉਂਡ ਕਲਰ ਨੂੰ ਐਡਜਸਟ ਕਰ ਸਕਦੇ ਹੋ। ਧਿਆਨ ਨਾਲ ਦੇਖੋ। ਹੁਣ ਸਟੂਡੈਂਟਸ ਤੁਸੀਂ ਇਸ ਗ੍ਰੇਡੀਐਂਟ ਨੂੰ ਟਾਈਪ ਆਪਸ਼ਨ ਦੀ ਮਦਦ ਨਾਲ ਵੀ ਚੇਂਜ ਕਰ ਸਕਦੇ ਹੋ। ਟਾਈਪ ਵਿੱਚ ਵੀ ਸਾਡੇ ਕੋਲ ਕਾਫੀ ਆਪਸ਼ਨਸ ਹਨ, ਜਿਵੇਂ ਲੀਨੀਅਰ ਹੈ, ਰੇਡੀਅਲ ਹੈ, ਰੈਕਟੈਂਗੂਲਰ ਹੈ, ਪਾਥ ਹੈ, ਸ਼ੇਡ ਫਰੋਮ ਟਾਈਟਲ ਹੈ। ਇਹਨਾਂ ਵਿੱਚੋਂ ਕਿਸੇ ਦੀ ਵੀ ਤੁਸੀਂ ਚੋਣ ਕਰ ਸਕਦੇ ਹੋ। ਇਸੇ ਤਰ੍ਹਾਂ ਸਟੂਡੈਂਟਸ ਅਸੀਂ ਇਹਨਾਂ ਸਾਰੀਆਂ ਆਪਸ਼ਨਸ ਦੀ ਵਰਤੋਂ ਕਰਦੇ ਹੋਏ ਅਲੱਗ-ਅਲੱਗ ਸਲਾਈਡਸ ਤਿਆਰ ਕਰ ਲਈਆਂ ਹਨ। ਹੁਣ ਅਸੀਂ ਇਹਨਾਂ ਸਾਰੀਆਂ ਸਲਾਈਡਸ ਦਾ ਸਲਾਈਡ ਸ਼ੋਅ ਚਲਾਵਾਂਗੇ। ਸਲਾਈਡ ਸ਼ੋਅ ਚਲਾਉਣ ਦੇ ਲਈ ਸਟੂਡੈਂਟਸ ਸਾਡੇ ਕੋਲ ਬਹੁਤ ਸਾਰੀਆਂ ਆਪਸ਼ਨਸ ਅਵੇਲੇਬਲ ਹਨ, ਜਿਵੇਂ ਕਿ ਤੁਸੀਂ ਕੀਬੋਰਡ ਤੋਂ F5 ਕੀ F5 ਕੀ ਪ੍ਰੈਸ ਕਰਕੇ ਸਲਾਈਡ ਸ਼ੋਅ ਚਲਾ ਸਕਦੇ ਹੋ, ਜਾਂ ਕੁਇਕ ਐਕਸੈਸ ਟੂਲਬਾਰ ਵਿੱਚ ਜੋ ਤੁਹਾਨੂੰ ਇਹ ਬਟਨ ਦਿਖਾਈ ਦੇ ਰਿਹਾ ਹੈ, ਇਸ ਉੱਤੇ ਕਲਿੱਕ ਕਰਕੇ ਵੀ ਤੁਸੀਂ ਸਲਾਈਡ ਸ਼ੋਅ ਦੇਖ ਸਕਦੇ ਹੋ, ਜਾਂ ਸਲਾਈਡ ਸ਼ੋਅ ਟੈਬ ਉੱਤੇ ਕਲਿੱਕ ਕਰਕੇ ਤੁਸੀਂ ਸਭ ਤੋਂ ਪਹਿਲਾਂ ਸਟਾਰਟ ਸਲਾਈਡ ਸ਼ੋਅ ਗਰੁੱਪ ਵਿੱਚੋਂ ਸਭ ਤੋਂ ਪਹਿਲਾਂ ਜਿਹੜੀ ਆਪਸ਼ਨ ਹੈ ਫਰੋਮ ਬਿਗਨਿੰਗ, ਇਸ ਉੱਤੇ ਕਲਿੱਕ ਕਰਕੇ ਵੀ ਸਲਾਈਡ ਸ਼ੋਅ ਦੇਖ ਸਕਦੇ ਹੋ। ਇਸ ਦੇ ਨਾਲ ਹੀ ਜੋ ਫਰੋਮ ਕਰੰਟ ਸਲਾਈਡ ਆਪਸ਼ਨ ਹੈ, ਇਸ ਤੋਂ ਭਾਵ ਹੈ ਕਿ ਜਿਹੜੀ ਸਲਾਈਡ ਤੁਸੀਂ ਇਸ ਵਕਤ ਖੋਲ੍ਹੀ ਹੋਏਗੀ ਉਸ ਸਲਾਈਡ ਤੋਂ ਤੁਹਾਡਾ ਸ਼ੋਅ ਦਿਖਣਾ ਸ਼ੁਰੂ ਹੋਏਗਾ। ਇਸ ਤੋਂ ਇਲਾਵਾ ਇੱਕ ਹੋਰ ਆਪਸ਼ਨ ਵੀ ਹੈ ਸਾਡੇ ਕੋਲ ਸਟੇਟਸ ਬਾਰ ਵਿੱਚ। ਦੇਖੋ, ਇਸ ਆਪਸ਼ਨ ਦੀ ਵਰਤੋਂ ਨਾਲ ਵੀ ਤੁਸੀਂ ਕਰੰਟ ਸਲਾਈਡ ਤੋਂ ਸਲਾਈਡ ਸ਼ੋਅ ਨੂੰ ਦੇਖ ਸਕਦੇ ਹੋ। ਹੁਣ ਜਿਵੇਂ ਸਾਡੀ ਸਭ ਤੋਂ ਪਹਿਲੀ ਸਲਾਈਡ ਹੀ ਕਰੰਟ ਸਲਾਈਡ ਹੈ, ਤਾਂ ਅਸੀਂ ਇਸ ਆਪਸ਼ਨ 'ਤੇ ਕਲਿੱਕ ਕਰਕੇ ਸਲਾਈਡ ਸ਼ੋਅ ਚਲਾ ਸਕਦੇ ਹਾਂ। ਦੇਖੋ ਸਟੂਡੈਂਟਸ, ਇਹ ਹੈ ਸਾਡੀ ਸਭ ਤੋਂ ਪਹਿਲੀ ਸਲਾਈਡ। ਇਸ ਵਿੱਚ ਟਾਈਟਲ ਜਾਂ ਸਬ ਟਾਈਟਲ, ਇਹਨਾਂ ਦੋਹਾਂ ਦੇ ਉੱਪਰ ਕੋਈ ਵੀ ਐਨੀਮੇਸ਼ਨ ਭਾਵ ਕੋਈ ਪ੍ਰਭਾਵ ਨਹੀਂ ਲੱਗਾ ਹੋਇਆ। ਹੁਣ ਅਸੀਂ ਅਗਲੀ ਸਲਾਈਡ ਨੂੰ ਦੇਖਣ ਲਈ ਮਾਊਸ ਨਾਲ ਕਲਿੱਕ ਕਰਾਂਗੇ ਜਾਂ ਕੀਬੋਰਡ ਤੋਂ ਕੋਈ ਕੀ ਪ੍ਰੈਸ ਕਰਾਂਗੇ। ਇਹ ਹੈ ਸਾਡੀ ਅਗਲੀ ਸਲਾਈਡ। ਇਸੇ ਤਰ੍ਹਾਂ ਹੀ ਮਾਊਸ ਨਾਲ ਕਲਿੱਕ ਕਰਕੇ ਜਾਂ ਕੀਬੋਰਡ ਤੋਂ ਕੋਈ ਕੀ ਪ੍ਰੈਸ ਕਰਕੇ ਅਸੀਂ ਆਪਣੀਆਂ ਅਗਲੀਆਂ ਸਲਾਈਡਸ ਨੂੰ ਦੇਖਦੇ ਜਾਵਾਂਗੇ। ਹੁਣ ਸਟੂਡੈਂਟਸ ਅਸੀਂ ਸਿੱਖਾਂਗੇ ਸਲਾਈਡ ਵਿੱਚ ਐਨੀਮੇਸ਼ਨਸ ਨੂੰ ਕਿਸ ਤਰ੍ਹਾਂ ਦਾਖਲ ਕਰਨਾ ਹੈ। ਐਨੀਮੇਸ਼ਨ ਨੂੰ ਦਾਖਲ ਕਰਨ ਦੇ ਲਈ
ਸਭ ਤੋਂ ਪਹਿਲਾਂ ਅਸੀਂ ਆਬਜੈਕਟ ਨੂੰ ਸਿਲੈਕਟ ਕਰਾਂਗੇ ਜਿਸ ਉੱਤੇ ਐਨੀਮੇਸ਼ਨ ਲਗਾਉਣੀ ਹੈ। ਉਸ ਤੋਂ ਬਾਅਦ ਐਨੀਮੇਸ਼ਨਸ ਟੈਬ ਤੇ ਕਲਿੱਕ ਕਰਾਂਗੇ। ਉਸ ਵਿੱਚ ਐਨੀਮੇਸ਼ਨ ਗਰੁੱਪ ਵਿੱਚ ਬਹੁਤ ਸਾਰੇ ਇਫੈਕਟਸ ਸਾਡੇ ਕੋਲ ਅਵੇਲੇਬਲ ਹਨ। ਇਹਨਾਂ ਵਿੱਚੋਂ ਕੋਈ ਵੀ ਇਫੈਕਟ ਤੁਸੀਂ ਚੁਣ ਕੇ ਉਸ ਨੂੰ ਆਪਣੇ ਸਿਲੈਕਟ ਕੀਤੇ ਹੋਏ ਆਬਜੈਕਟ ਉੱਤੇ ਅਪਲਾਈ ਕਰ ਸਕਦੇ ਹੋ। ਇਸ ਤੋਂ ਬਾਅਦ ਅਸੀਂ ਇਸ ਇਫੈਕਟ ਦੀ ਇਸ ਸਟਾਰਟ ਆਪਸ਼ਨ ਨੂੰ ਚੇਂਜ ਕਰਨਾ ਹੈ। ਇਸ ਵਿੱਚ ਔਨ ਕਲਿੱਕ ਦਾ ਮਤਲਬ ਹੈ ਜਦੋਂ ਤੱਕ ਅਸੀਂ ਮਾਊਸ ਨਾਲ ਕਲਿੱਕ ਨਹੀਂ ਕਰਦੇ ਜਾਂ ਕੀਬੋਰਡ ਤੋਂ ਕੋਈ ਕੀ ਪ੍ਰੈਸ ਨਹੀਂ ਕਰਦੇ ਤਾਂ ਸਾਡੀ ਐਨੀਮੇਸ਼ਨ ਨਹੀਂ ਚੱਲੇਗੀ। ਵਿਦ ਪ੍ਰੀਵੀਅਸ ਦਾ ਮਤਲਬ ਹੈ ਸਾਡੀ ਐਨੀਮੇਸ਼ਨ ਪਿਛਲੇ ਕਿਸੇ ਵੀ ਪ੍ਰਭਾਵ ਦੇ ਨਾਲ ਹੀ ਸ਼ੁਰੂ ਹੋ ਜਾਏਗੀ। ਅਤੇ ਆਫਟਰ ਪ੍ਰੀਵੀਅਸ ਆਪਸ਼ਨ ਦਾ ਮਤਲਬ ਹੈ ਸਾਡੀ ਇਹ ਐਨੀਮੇਸ਼ਨ ਪਿਛਲੇ ਪ੍ਰਭਾਵ ਤੋਂ ਬਾਅਦ ਸ਼ੁਰੂ ਹੋਏਗੀ। ਇਸ ਲਈ ਅਸੀਂ ਸਭ ਤੋਂ ਪਹਿਲਾ ਪ੍ਰਭਾਵ ਜੋ ਸਲਾਈਡ ਵਿੱਚ ਹੋਏਗਾ ਉਸ ਨੂੰ ਅਸੀਂ ਵਿਦ ਪ੍ਰੀਵੀਅਸ ਆਪਸ਼ਨ ਨਾਲ ਸ਼ੁਰੂ ਕਰਾਂਗੇ ਅਤੇ ਬਾਕੀ ਦੇ ਜਿੰਨੇ ਵੀ ਆਬਜੈਕਟਸ ਹਨ ਉਹਨਾਂ ਦੀ ਐਨੀਮੇਸ਼ਨ ਆਫਟਰ ਪ੍ਰੀਵੀਅਸ ਨਾਲ ਸ਼ੁਰੂ ਕਰਾਂਗੇ। ਇਸੇ ਤਰ੍ਹਾਂ ਹੀ ਅਸੀਂ ਹੁਣ ਦੂਸਰੀ ਸਲਾਈਡ ਉੱਤੇ ਇਫੈਕਟ ਲਗਾਵਾਂਗੇ। ਸਭ ਤੋਂ ਪਹਿਲਾਂ ਆਬਜੈਕਟ ਨੂੰ ਇੰਟਰੋਡਕਸ਼ਨ ਵਾਲੇ ਆਬਜੈਕਟ ਨੂੰ ਸਿਲੈਕਟ ਕਰਕੇ ਅਸੀਂ ਇਫੈਕਟ ਲਗਾ ਕੇ ਉਸ ਦੀ ਸਟਾਰਟ ਆਪਸ਼ਨ ਚੇਂਜ ਕਰਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਕੰਪਿਊਟਰ ਦੀ ਡੈਫੀਨੇਸ਼ਨ ਜੋ ਲਿਖੀ ਹੈ ਇਸ ਨੂੰ ਸਿਲੈਕਟ ਕਰਕੇ ਅਸੀਂ ਇਸ ਵਿੱਚ ਫਲੋਟ ਇਨ ਐਨੀਮੇਸ਼ਨ ਲਗਾਉਂਦੇ ਹਾਂ। ਅਸੀਂ ਇਸ ਫਾਰਮੈਟ ਬੈਕਗਰਾਊਂਡ ਪੇਨ ਨੂੰ ਬੰਦ ਕਰਦੇ ਹਾਂ ਅਤੇ ਇਸ ਐਨੀਮੇਸ਼ਨ ਪੇਨ ਨੂੰ ਓਪਨ ਕਰਦੇ ਹਾਂ। ਜਿਸ ਤਰ੍ਹਾਂ ਹੀ ਐਨੀਮੇਸ਼ਨ ਪੇਨ ਤੇ ਕਲਿੱਕ ਕਰਾਂਗੇ ਤਾਂ ਐਨੀਮੇਸ਼ਨ ਪੇਨ ਸਾਡੇ ਸੱਜੇ ਪਾਸੇ ਦਿਖਾਈ ਦੇਵੇਗਾ। ਇਸ ਵਿੱਚ ਹਰੇਕ ਆਬਜੈਕਟ ਉੱਤੇ ਲਗਾਈਆਂ ਗਈਆਂ ਐਨੀਮੇਸ਼ਨਸ ਲੜੀਵਾਰ ਸਾਨੂੰ ਇਸ ਵਿੱਚ ਦਿਖਾਈ ਦਿੰਦੀਆਂ ਹਨ। ਹੁਣ ਅਸੀਂ ਇਸ ਐਨੀਮੇਸ਼ਨ ਉੱਤੇ ਡਬਲ ਕਲਿੱਕ ਕਰਦੇ ਹਾਂ। ਡਬਲ ਕਲਿੱਕ ਕਰਨ ਦੇ ਨਾਲ ਸਾਡੇ ਕੋਲ ਇੱਕ ਡਾਇਲੌਗ ਬਾਕਸ ਦਿਖਾਈ ਦੇ ਰਿਹਾ ਹੈ। ਇਸ ਵਿੱਚੋਂ ਅਸੀਂ ਐਨੀਮੇਟ ਟੈਕਸਟ ਵਿੱਚ ਆਪਸ਼ਨਸ ਨੂੰ ਚੇਂਜ ਕਰਕੇ ਬਾਈ ਵਰਡ ਕਰ ਦਿੰਦੇ ਹਾਂ। ਦੇਖੋ ਹੁਣ ਸਾਡਾ ਟੈਕਸਟ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ। ਹੁਣ ਅਸੀਂ ਇਸ ਦਾ ਸਟਾਰਟਿੰਗ ਪੁਆਇੰਟ ਸੈੱਟ ਕਰਦੇ ਹਾਂ ਆਫਟਰ ਪ੍ਰੀਵੀਅਸ। ਇਸੇ ਤਰ੍ਹਾਂ ਹੀ ਇਸ ਪਿਕਚਰ ਉੱਤੇ ਅਸੀਂ ਐਨੀਮੇਸ਼ਨ ਲਗਾਵਾਂਗੇ। ਤੁਸੀਂ ਕੋਈ ਵੀ ਐਨੀਮੇਸ਼ਨ ਲਗਾ ਸਕਦੇ ਹੋ ਜੋ ਤੁਹਾਨੂੰ ਸੁੰਦਰ ਦਿਖਾਈ ਦਿੰਦੀ ਹੋਵੇ। ਉਸ ਤੋਂ ਬਾਅਦ ਅਸੀਂ ਇਸ ਦਾ ਸਟਾਰਟ ਪੁਆਇੰਟ ਸੈੱਟ ਕਰਦੇ ਹਾਂ। ਇਸੇ ਤਰ੍ਹਾਂ ਹੀ ਅਸੀਂ ਹਰੇਕ ਸਲਾਈਡ ਵਿੱਚ ਐਨੀਮੇਸ਼ਨ ਪ੍ਰਭਾਵ ਲਗਾਉਂਦੇ ਜਾਵਾਂਗੇ ਅਤੇ ਉਹਨਾਂ ਦੀ ਸਟਾਰਟ ਆਪਸ਼ਨ ਨੂੰ ਸੈੱਟ ਕਰਦੇ ਜਾਵਾਂਗੇ। ਤੁਸੀਂ ਇੱਕ ਆਬਜੈਕਟ ਉੱਤੇ ਇੱਕ ਤੋਂ ਵੱਧ ਐਨੀਮੇਸ਼ਨ ਪ੍ਰਭਾਵ ਵੀ ਲਗਾ ਸਕਦੇ ਹੋ। ਜਿਵੇਂ ਅਸੀਂ ਆਪਣੀ ਇਸ ਲਾਸਟ ਸਲਾਈਡ ਉੱਤੇ ਐਨੀਮੇਸ਼ਨ ਪ੍ਰਭਾਵ ਲਗਾਉਂਦੇ ਹਾਂ। ਇਸ ਨੂੰ ਲਗਾਉਣ ਦੇ ਲਈ ਤੁਸੀਂ ਇਸ ਐਡ ਐਨੀਮੇਸ਼ਨ ਆਪਸ਼ਨ 'ਤੇ ਕਲਿੱਕ ਕਰਕੇ ਜਿੰਨੇ ਮਰਜ਼ੀ ਪ੍ਰਭਾਵ ਲਗਾ ਸਕਦੇ ਹੋ। ਜੋ ਗ੍ਰੀਨ ਕਲਰ ਦੇ ਐਨੀਮੇਸ਼ਨ ਇਫੈਕਟਸ ਤੁਹਾਨੂੰ ਦਿਖਾਈ ਦੇ ਰਹੇ ਹਨ ਇਹ ਇਫੈਕਟਸ ਆਬਜੈਕਟ ਦੀ ਐਂਟਰੈਂਸ ਦੇ ਨਾਲ ਸੰਬੰਧਿਤ ਹਨ। ਭਾਵ ਜਦੋਂ ਆਬਜੈਕਟ ਤੁਹਾਡੇ ਸਲਾਈਡ ਸ਼ੋਅ ਵਿੱਚ ਤੁਹਾਨੂੰ ਦਿਖਣਾ ਸ਼ੁਰੂ ਹੋਵੇਗਾ ਤਾਂ ਉਸ ਨਾਲ ਇਹ ਇਫੈਕਟ ਸੰਬੰਧਿਤ ਹਨ। ਯੈਲੋ ਕਲਰ ਦੇ ਐਮਫੈਸਿਸ ਇਫੈਕਟਸ ਤੋਂ ਭਾਵ ਹੈ ਕਿ ਆਬਜੈਕਟ ਸਲਾਈਡ ਸ਼ੋਅ ਵਿੱਚ ਦਾਖਲ ਹੋਣ ਤੋਂ ਬਾਅਦ ਅਤੇ ਐਗਜ਼ਿਟ ਹੋਣ ਤੋਂ ਪਹਿਲਾਂ ਤੁਹਾਨੂੰ ਕਿਸ ਤਰ੍ਹਾਂ ਦਿਖਾਈ ਦੇਵੇਗਾ। ਰੈੱਡ ਕਲਰ ਦੇ ਐਗਜ਼ਿਟ ਐਨੀਮੇਸ਼ਨ ਇਫੈਕਟਸ ਤੋਂ ਭਾਵ ਹੈ ਕਿ ਕੋਈ ਵੀ ਆਬਜੈਕਟ ਸਲਾਈਡ ਏਰੀਏ ਵਿੱਚੋਂ ਜਦੋਂ ਡਿਸਅਪੀਅਰ ਹੋਵੇਗਾ ਭਾਵ ਅਦ੍ਰਿਸ਼ ਹੋਵੇਗਾ ਤਾਂ ਉਹ ਕਿਸ ਤਰ੍ਹਾਂ ਤੁਹਾਨੂੰ ਨਜ਼ਰ ਆਵੇਗਾ। ਇਸ ਤੋਂ ਇਲਾਵਾ ਸਾਡੇ ਕੋਲ ਮੋਸ਼ਨ ਪਾਥ ਇਫੈਕਟਸ ਹਨ ਜੋ ਆਬਜੈਕਟ ਦੇ ਇੱਕ ਥਾਂ ਤੋਂ ਦੂਜੇ ਥਾਂ ਤੱਕ ਦੀ ਗਤੀ ਨੂੰ ਦਰਸਾਉਂਦੇ ਹਨ। ਤੁਸੀਂ ਆਪਣੀ ਮਰਜ਼ੀ ਅਨੁਸਾਰ ਇਹਨਾਂ ਵਿੱਚੋਂ ਕਿਸੇ ਵੀ ਇਫੈਕਟ ਦੀ ਚੋਣ ਕਰਕੇ ਉਸ ਨੂੰ ਆਪਣੇ ਆਬਜੈਕਟ ਉੱਪਰ ਲਗਾ ਸਕਦੇ ਹੋ। ਹੁਣ ਅਸੀਂ ਆਪਣੀਆਂ ਸਾਰੀਆਂ ਸਲਾਈਡਸ ਵਿੱਚ ਐਨੀਮੇਸ਼ਨ ਇਫੈਕਟਸ ਲਗਾ ਦਿੱਤੇ ਹਨ ਅਤੇ ਫਿਰ ਤੋਂ ਅਸੀਂ ਸਲਾਈਡ ਸ਼ੋਅ ਸ਼ੁਰੂ ਕਰਦੇ ਹਾਂ। ਦੇਖੋ ਹੁਣ ਸਲਾਈਡ ਵਿਚਲੇ ਸਾਰੇ ਆਬਜੈਕਟਸ ਐਨੀਮੇਟਡ ਹਨ ਭਾਵ ਉਹਨਾਂ ਵਿੱਚ ਕੋਈ ਨਾ ਕੋਈ ਪ੍ਰਭਾਵ ਤੁਹਾਨੂੰ ਨਜ਼ਰ ਆ ਰਿਹਾ ਹੈ। ਹੁਣ ਅਸੀਂ ਨੈਕਸਟ ਸਲਾਈਡ ਦੇ ਲਈ ਅਸੀਂ ਕਲਿੱਕ ਕਰਾਂਗੇ
ਇਸੇ ਤਰ੍ਹਾਂ ਹੀ ਅਗਲੀ ਸਲਾਈਡ ਦੇ ਲਈ ਅਸੀਂ ਮਾਊਸ ਨਾਲ ਕਲਿੱਕ ਕਰਦੇ ਜਾਵਾਂਗੇ ਜਾਂ ਕੀਬੋਰਡ ਤੋਂ ਕੋਈ ਵੀ ਕੀ ਪ੍ਰੈਸ ਕਰਦੇ ਜਾਵਾਂਗੇ। ਹੁਣ ਸਟੂਡੈਂਟਸ ਅਸੀਂ ਆਪਣੇ ਅਗਲੇ ਸਟੈਪ ਵਿੱਚ ਹਰੇਕ ਸਲਾਈਡ ਵਿੱਚ ਟ੍ਰਾਂਜੀਸ਼ਨ ਇਫੈਕਟਸ ਲਗਾਵਾਂਗੇ। ਟ੍ਰਾਂਜੀਸ਼ਨ ਇਫੈਕਟਸ ਤੋਂ ਭਾਵ ਹੈ ਕਿ ਇੱਕ ਸਲਾਈਡ ਤੋਂ ਬਾਅਦ ਅਗਲੀ ਸਲਾਈਡ ਤੁਹਾਨੂੰ ਕਿਸ ਤਰੀਕੇ ਨਾਲ ਨਜ਼ਰ ਆਵੇਗੀ। ਇਸ ਦੇ ਲਈ ਅਸੀਂ ਟ੍ਰਾਂਜੀਸ਼ਨਸ ਟੈਬ ਤੇ ਕਲਿੱਕ ਕਰਾਂਗੇ ਅਤੇ ਜਿਹੜੀ ਸਲਾਈਡ ਉੱਪਰ ਤੁਸੀਂ ਇਫੈਕਟ ਲਗਾਉਣਾ ਚਾਹੁੰਦੇ ਹੋ ਉਸ ਸਲਾਈਡ ਨੂੰ ਸਿਲੈਕਟ ਕਰਾਂਗੇ ਅਤੇ ਇਹਨਾਂ ਟ੍ਰਾਂਜੀਸ਼ਨ ਇਫੈਕਟਸ ਵਿੱਚੋਂ ਇਫੈਕਟਸ ਨੂੰ ਅਪਲਾਈ ਕਰਦੇ ਜਾਵਾਂਗੇ। ਇਸੇ ਤਰ੍ਹਾਂ ਅਸੀਂ ਹਰੇਕ ਸਲਾਈਡ ਵਿੱਚ ਇਫੈਕਟਸ ਲਗਾਵਾਂਗੇ। ਤੁਸੀਂ ਇਸ ਡਾਊਨ ਐਰੋ ਤੇ ਕਲਿੱਕ ਕਰਕੇ ਇਫੈਕਟਸ ਦੀਆਂ ਹੋਰ ਵੀ ਬਹੁਤ ਸਾਰੀਆਂ ਕੈਟਾਗਰੀਜ਼ ਦੇਖ ਸਕਦੇ ਹੋ। ਇਸ ਵਿੱਚੋਂ ਆਪਣੀ ਪਸੰਦ ਦੇ ਇਫੈਕਟ ਚੁਣਦੇ ਜਾਓ ਅਤੇ ਅਪਲਾਈ ਕਰਦੇ ਜਾਓ। ਇਹੀ ਕੰਮ ਅਸੀਂ ਹਰੇਕ ਸਲਾਈਡ ਦੇ ਲਈ ਕਰਾਂਗੇ। ਹੁਣ ਸਾਰੀਆਂ ਸਲਾਈਡਸ ਦੇ ਉੱਤੇ ਟ੍ਰਾਂਜੀਸ਼ਨ ਇਫੈਕਟਸ ਲਗਾਉਣ ਤੋਂ ਬਾਅਦ ਅਸੀਂ ਆਪਣਾ ਸਲਾਈਡ ਸ਼ੋਅ ਦੁਬਾਰਾ ਚਲਾਵਾਂਗੇ। ਦੇਖੋ, ਦੂਸਰੀ ਸਲਾਈਡ ਦੇ ਲਈ ਅਸੀਂ ਮਾਊਸ ਨਾਲ ਕਲਿੱਕ ਕਰਾਂਗੇ ਜਾਂ ਕੀਬੋਰਡ ਤੋਂ ਕੋਈ ਕੀ ਪ੍ਰੈਸ ਕਰਾਂਗੇ। ਦੇਖੋ, ਹੁਣ ਦੂਸਰੀ ਸਲਾਈਡ ਜੋ ਤੁਹਾਨੂੰ ਕਿਸ ਤਰੀਕੇ ਨਾਲ ਨਜ਼ਰ ਆ ਰਹੀ ਹੈ। ਫਿਰ ਕਲਿੱਕ ਕਰਾਂਗੇ ਨੈਕਸਟ ਸਲਾਈਡ ਦੇ ਲਈ। ਫਿਰ ਕਲਿੱਕ ਕਰਦੇ ਹਾਂ। ਦੇਖੋ, ਇਸ ਵਿੱਚ ਅਗਲੀ ਸਲਾਈਡ ਦੇ ਲਈ ਤੁਹਾਨੂੰ ਪਹਿਲਾਂ ਵਾਂਗ ਮਾਊਸ ਨਾਲ ਕਲਿੱਕ ਕਰਨਾ ਪੈ ਰਿਹਾ ਹੈ ਜਾਂ ਕੀਬੋਰਡ ਦੇ ਨਾਲ ਕੋਈ ਕੀ ਪ੍ਰੈਸ ਕਰਨੀ ਪੈ ਰਹੀ ਹੈ। ਹੁਣ ਅਸੀਂ ਚਾਹੁੰਦੇ ਹਾਂ ਕਿ ਸਾਡੀ ਸਲਾਈਡ ਆਪਣੇ ਆਪ ਨਜ਼ਰ ਆਵੇ, ਭਾਵ ਇੱਕ ਤੋਂ ਬਾਅਦ ਦੂਸਰੀ ਸਲਾਈਡ ਦੇ ਲਈ ਸਾਨੂੰ ਕਲਿੱਕ ਨਾ ਕਰਨਾ ਪਵੇ। ਉਸ ਦੇ ਲਈ ਅਸੀਂ ਹਰੇਕ ਸਲਾਈਡ ਨੂੰ ਸਿਲੈਕਟ ਕਰਕੇ ਟ੍ਰਾਂਜੀਸ਼ਨਸ ਟੈਬ ਦੇ ਟਾਈਮਿੰਗ ਗਰੁੱਪ ਵਿੱਚੋਂ ਔਨ ਮਾਊਸ ਕਲਿੱਕ ਆਪਸ਼ਨ ਨੂੰ ਅਸੀਂ ਅਨਸਿਲੈਕਟ ਕਰ ਦਿਆਂਗੇ ਅਤੇ ਆਫਟਰ ਆਪਸ਼ਨ ਨੂੰ ਸਿਲੈਕਟ ਕਰ ਲਵਾਂਗੇ। ਇਸ ਦੇ ਨਾਲ ਹੀ ਤੁਹਾਨੂੰ ਟਾਈਮਸ ਦੀ ਆਪਸ਼ਨ ਨਜ਼ਰ ਆ ਰਹੀ ਹੈ। 00 ਜੋ ਹੈ ਇਹ ਹੈ ਸੈਕਿੰਡਸ। ਇਸ ਵਿੱਚ ਉੱਪਰਲੇ ਐਰੋ ਦੇ ਉੱਤੇ ਜਿਸ ਤਰ੍ਹਾਂ ਤੁਸੀਂ ਕਲਿੱਕ ਕਰਦੇ ਜਾਓਗੇ, ਜਿੰਨਾ ਟਾਈਮ ਤੁਸੀਂ ਇਸ ਵਿੱਚ ਸਿਲੈਕਟ ਕਰੋਗੇ ਉਨੇ ਸੈਕਿੰਡਸ ਦੇ ਲਈ ਤੁਹਾਡੀ ਸਲਾਈਡ ਸ਼ੋਅ ਦੇ ਦੌਰਾਨ ਰੁਕੀ ਰਹੇਗੀ। ਅਸੀਂ ਹਰੇਕ ਸਲਾਈਡ ਦੇ ਲਈ ਆਫਟਰ ਆਪਸ਼ਨ ਨੂੰ ਸਿਲੈਕਟ ਕਰਦੇ ਜਾਵਾਂਗੇ। ਜੇਕਰ ਅਸੀਂ ਔਨ ਮਾਊਸ ਕਲਿੱਕ ਆਪਸ਼ਨ ਨੂੰ ਨਹੀਂ ਵੀ ਹਟਾਉਂਦੇ ਤਾਂ ਵੀ ਦੋਨੋਂ ਆਪਸ਼ਨਸ ਸਿਲੈਕਟ ਹੋਣ 'ਤੇ ਪਾਵਰਪੁਆਇੰਟ ਬਾਈ ਡਿਫਾਲਟ ਆਫਟਰ ਆਪਸ਼ਨ ਨੂੰ ਤਰਜੀਹ ਦਿੰਦਾ ਹੈ। ਇਸ ਲਈ ਔਨ ਮਾਊਸ ਕਲਿੱਕ ਆਪਸ਼ਨ ਨੂੰ ਹਟਾਉਣਾ ਜਾਂ ਨਾ ਹਟਾਉਣਾ ਇਹ ਤੁਹਾਡੀ ਆਪਣੀ ਚੋਣ ਹੈ। ਸਾਰੀਆਂ ਸਲਾਈਡਸ ਵਿੱਚ ਟ੍ਰਾਂਜੀਸ਼ਨ ਟਾਈਮਿੰਗ ਲਗਾਉਣ ਤੋਂ ਬਾਅਦ ਅਸੀਂ ਸਲਾਈਡ ਸ਼ੋ ਟੈਬ ਵਿੱਚੋਂ ਮੁੜ ਤੋਂ ਆਪਣੀ ਪ੍ਰੈਜੈਂਟੇਸ਼ਨ ਚਲਾਉਂਦੇ ਹਾਂ। ਹੁਣ ਸਟੂਡੈਂਟਸ ਤੁਸੀਂ ਨੋਟਿਸ ਕਰੋਗੇ ਕਿ ਇੱਕ ਸਲਾਈਡ ਤੋਂ ਬਾਅਦ ਦੂਸਰੀ ਸਲਾਈਡ ਦੇ ਲਈ ਤੁਹਾਨੂੰ ਮਾਊਸ ਨਾਲ ਕਲਿੱਕ ਜਾਂ ਕੀਬੋਰਡ ਤੋਂ ਕੋਈ ਬਟਨ ਪ੍ਰੈਸ ਨਹੀਂ ਕਰਨਾ ਪਵੇਗਾ। ਧਿਆਨ ਦਿਓ, ਹਰੇਕ ਸਲਾਈਡ ਆਪਣੇ ਆਪ ਦਿਖਾਈ ਦੇ ਰਹੀ ਹੈ ਅਤੇ ਹਰੇਕ ਸਲਾਈਡ ਵਿਚਲੇ
ਐਨੀਮੇਸ਼ਨ ਇਫੈਕਟਸ ਵੀ ਤੁਹਾਨੂੰ ਦਿਖਾਈ ਦੇ ਰਹੇ ਹਨ। ਹੁਣ ਸਟੂਡੈਂਟਸ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਵੇਗੀ ਕਿ ਆਖਰੀ ਸਲਾਈਡ ਆਉਣ ਤੋਂ ਬਾਅਦ ਸਾਡਾ ਸਲਾਈਡ ਸ਼ੋ ਇੱਕਦਮ ਬੰਦ ਹੋ ਜਾਂਦਾ ਹੈ। ਸਾਡੀ ਆਖਰੀ ਸਲਾਈਡ ਜੋ ਹੈ ਉਹ ਥੋੜ੍ਹੇ ਸਮੇਂ ਲਈ ਵੀ ਠਹਿਰਦੀ ਨਹੀਂ ਹੈ। ਇਸ ਦੇ ਲਈ ਅਸੀਂ ਕੀ ਕਰਾਂਗੇ ਕਿ ਆਖਰੀ ਸਲਾਈਡ ਦੀ ਟਾਈਮਿੰਗ ਜੋ ਹੈ ਉਸ ਨੂੰ ਵਧਾ ਦਿਆਂਗੇ। ਦੇਖੋ ਅਸੀਂ ਟਾਈਮਿੰਗਸ ਕਰ ਦਿੰਦੇ ਹਾਂ 7 ਸੈਕਿੰਡਸ। ਹੁਣ ਦੇਖੋ ਤੁਹਾਡੀ ਆਖਰੀ ਸਲਾਈਡ 7 ਸੈਕਿੰਡਸ ਦੇ ਲਈ ਰੁਕੀ ਰਹੇਗੀ। ਸੋ ਸਟੂਡੈਂਟਸ, ਇਹ ਸੀ ਪਾਵਰਪੁਆਇੰਟ ਵਿੱਚ ਪ੍ਰੈਜੈਂਟੇਸ਼ਨ ਬਣਾਉਣਾ। ਹੁਣ ਅਸੀਂ ਇਸ ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ ਸਿੱਖਾਂਗੇ। ਸੇਵ ਕਰਨ ਦੇ ਲਈ ਅਸੀਂ ਇਸ ਕੁਇਕ ਐਕਸੈਸ ਟੂਲਬਾਰ ਵਿੱਚੋਂ ਸੇਵ ਬਟਨ ਤੇ ਕਲਿੱਕ ਕਰ ਸਕਦੇ ਹਾਂ, ਜਾਂ ਫਾਈਲ ਮੈਨੂ ਦੇ ਉੱਤੇ ਕਲਿੱਕ ਕਰਕੇ ਅਸੀਂ ਸੇਵ ਆਪਸ਼ਨ ਨੂੰ ਚੁਣ ਸਕਦੇ ਹਾਂ। ਹੁਣ ਅਸੀਂ ਬਰਾਊਜ਼ ਬਟਨ ਤੇ ਕਲਿੱਕ ਕਰਕੇ ਉਸ ਫੋਲਡਰ ਦੀ ਚੋਣ ਕਰਾਂਗੇ ਜਿੱਥੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਸੇਵ ਕਰਨਾ ਚਾਹੁੰਦੇ ਹਾਂ। ਅਸੀਂ ਇਸ ਡਾਕੂਮੈਂਟਸ ਵਿੱਚ ਸੇਵ ਕਰਦੇ ਹਾਂ। ਹੁਣ ਅਸੀਂ ਆਪਣੀ ਫਾਈਲ ਦਾ ਨਾਮ ਟਾਈਪ ਕਰਾਂਗੇ। ਅਸੀਂ ਰੱਖਦੇ ਹਾਂ ਕੰਪਿਊਟਰ ਪ੍ਰੈਜੈਂਟੇਸ਼ਨ। ਹੁਣ ਅਸੀਂ ਸੇਵ ਬਟਨ ਤੇ ਕਲਿੱਕ ਕਰਾਂਗੇ। ਜਿਸ ਤਰ੍ਹਾਂ ਹੀ ਅਸੀਂ ਸੇਵ ਬਟਨ ਤੇ ਕਲਿੱਕ ਕਰਾਂਗੇ ਤਾਂ ਸਾਡੀ ਪ੍ਰੈਜੈਂਟੇਸ਼ਨ ਦਾ ਨਾਮ ਜੋ ਅਸੀਂ ਰੱਖਿਆ ਸੀ ਉਹ ਸਭ ਤੋਂ ਉੱਪਰ ਟਾਈਟਲ ਬਾਰ ਵਿੱਚ ਤੁਹਾਨੂੰ ਦਿਖਾਈ ਦੇਵੇਗਾ। ਦੇਖੋ, ਇਸ ਤੋਂ ਇਲਾਵਾ ਸਟੂਡੈਂਟਸ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਐਜ਼ ਅ ਸ਼ੋ ਵੀ ਸੇਵ ਕਰ ਸਕਦੇ ਹੋ। ਆਪਣੀ ਪ੍ਰੈਜੈਂਟੇਸ਼ਨ ਨੂੰ ਐਜ਼ ਅ ਪ੍ਰੈਜੈਂਟੇਸ਼ਨ ਸ਼ੋ ਸੇਵ ਕਰਨ ਲਈ ਸਭ ਤੋਂ ਪਹਿਲਾਂ ਫਾਈਲ ਟੈਬ ਤੇ ਕਲਿੱਕ ਕਰਕੇ ਸੇਵ ਐਜ਼ ਆਪਸ਼ਨ ਨੂੰ ਸਿਲੈਕਟ ਕਰਨਾ ਹੈ। ਫਿਰ ਬਰਾਊਜ਼ ਬਟਨ ਤੇ ਕਲਿੱਕ ਕਰਕੇ ਤੁਸੀਂ ਉਸ ਫੋਲਡਰ ਦੀ ਚੋਣ ਕਰਨੀ ਹੈ ਜਿਸ ਵਿੱਚ ਪ੍ਰੈਜੈਂਟੇਸ਼ਨ ਸ਼ੋ ਨੂੰ ਸੇਵ ਕਰਨਾ ਹੈ। ਉਸ ਤੋਂ ਬਾਅਦ ਸੇਵ ਐਜ਼ ਟਾਈਪ ਆਪਸ਼ਨ ਵਿੱਚੋਂ ਤੁਸੀਂ ਪਾਵਰਪੁਆਇੰਟ ਸ਼ੋ ਆਪਸ਼ਨ ਨੂੰ ਚੁਣਨਾ ਹੈ ਔਰ ਸੇਵ ਬਟਨ ਤੇ ਕਲਿੱਕ ਕਰਨਾ ਹੈ। ਐਜ਼ ਅ ਪ੍ਰੈਜੈਂਟੇਸ਼ਨ ਸ਼ੋ ਫਾਈਲ ਨੂੰ ਸੇਵ ਕਰਨ ਦਾ ਇਹ ਫਾਇਦਾ ਹੈ ਕਿ ਤੁਹਾਨੂੰ ਆਪਣੀ ਪ੍ਰੈਜੈਂਟੇਸ਼ਨ ਨੂੰ ਚਲਾਉਣ ਦੇ ਲਈ ਸਲਾਈਡ ਸ਼ੋ ਟੈਬ ਤੇ ਕਲਿੱਕ ਕਰਕੇ ਸਟਾਰਟ ਫਰੋਮ ਬਿਗਨਿੰਗ ਜਾਂ ਬਾਕੀ ਦੇ ਜੋ ਸਟੈਪਸ ਹਨ ਪ੍ਰੈਜੈਂਟੇਸ਼ਨ ਨੂੰ ਚਲਾਉਣ ਲਈ ਉਹ ਫੋਲੋ ਨਹੀਂ ਕਰਨੇ ਪੈਣਗੇ। ਤੁਸੀਂ ਜਸਟ ਆਪਣੀ ਪ੍ਰੈਜੈਂਟੇਸ਼ਨ ਸ਼ੋ ਫਾਈਲ ਨੂੰ ਡਬਲ ਕਲਿੱਕ ਕਰਨਾ ਹੈ ਔਰ ਤੁਹਾਡਾ ਜੋ ਪ੍ਰੈਜੈਂਟੇਸ਼ਨ ਸ਼ੋ ਹੈ ਉਹ ਚੱਲ ਪਵੇਗਾ। ਸੋ ਥੈਂਕ ਯੂ ਸਟੂਡੈਂਟਸ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਪ੍ਰੈਜੈਂਟੇਸ਼ਨ ਬਣਾਉਣ ਦੇ ਸਟੈਪ ਜੋ ਮੈਂ ਤੁਹਾਨੂੰ ਦੱਸੇ ਹਨ ਉਹ ਚੰਗੀ ਤਰ੍ਹਾਂ ਸਮਝ ਆ ਗਏ ਹੋਣਗੇ, ਅਤੇ ਜੇਕਰ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਏ ਹਨ ਤਾਂ ਮੇਰੀ ਇਸ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਨਾ ਭੁੱਲਣਾ। ਔਰ ਜੇਕਰ ਤੁਸੀਂ ਮੇਰਾ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਦਿੱਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਥੈਂਕ ਯੂ।